ਹੋਲੇ ਮਹੱਲੇ ਤੇ ਪਹੁੰਚ ਬੀਬੀ ਜਗੀਰ ਕੌਰ ਨੇ ਸੰਗਤਾਂ ਨੂੰ ਹੋਲੇ ਮਹੱਲੇ ਦੀਆਂ ਵਧਾਈਆਂ ਦੇਣ ਉਪਰੰਤ ਕੱਢੀ ਸਰਕਾਰ ਦੀ ਪੜਾਸ। ਜੀ ਹਾਂ, ਖਾਲਸੇ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਤੇ ਚੱਲ ਰਹੇ ਕੌਮੀ ਤਿਉਹਾਰ ਹੋਲੇ ਮਹੱਲੇ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਸੰਗਤਾਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਨੇ। ਸੰਗਤਾਂ ਦੀ ਆਮਦ ਨੂੰ ਦੇਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੇ ਹੀ ਸੁੰਦਰ ਤਰੀਕੇ ਨਾਲ ਗੁਰਦੁਆਰਾ ਸਾਹਿਬ ਅਤੇ ਆਉਣ ਵਾਲੇ ਰਸਤਿਆਂ ਨੂੰ ਸਜਾਇਆ ਗਿਆ ਹੈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੀ ਨਤਮਸਤਕ ਹੋਣ ਦੇ ਲਈ ਪਹੁੰਚੇ ਅਤੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਿੱਥੇ ਸਮੂਹ ਸੰਗਤਾਂ ਨੂੰ ਹੋਲੇ ਮਹੱਲੇ ਦੀਆਂ ਵਧਾਈਆਂ ਦਿੱਤੀਆਂ, ਉੱਥੇ ਕਰੋਨਾ ਨੂੰ ਲੈ ਕੇ ਸਰਕਾਰ ਤੇ ਕਾਫੀ ਨਿਸ਼ਾਨੇ ਸਾਧੇ। ਜੀ ਹਾਂ, ਤੁਸੀਂ ਵੀ ਦੇਖੋ। ਸ਼੍ਰੀ ਅਨੰਦਪੁਰ ਸਾਹਿਬ ਤੋਂ ਸੱਜਣ ਸਿੰਘ ਸੈਣੀ ਦੀ ਜ਼ੀਰੋ ਲਾਈਨ ਟੀਵੀ ਦੇ ਲਈ ਰਿਪੋਰਟ। ਤੇ ਪਹੁੰਚੋ, ਕੀ ਕਹਿਣਾ ਚਾਹੁੰਦੇ ਇਸ ਹੋਲੇ ਮਹੱਲੇ ਦੇ ਪਵਿੱਤਰ ਤਿਉਹਾਰ ਤੇ ਮੈਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਕੇ ਖੁਸ਼ੀ ਮਹਿਸੂਸ ਕਰਦਾ ਔਰ ਦੁਨੀਆ ਭਰ ਦੇ ਨਾਨਕ ਨਾਮ ਲੇਵਾ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ। ਐਮਐਲਏ ਤੇ ਜਿਸ ਤਰ੍ਹਾਂ ਜਿਹੜਾ ਕਿਸਾਨਾਂ ਦੇ ਵਿੱਚ ਝੜਪ ਹੋਈ ਹੈ, ਕਿਵੇਂ ਦੇਖਦੇ ਹੋ? ਦੇਖੋ, ਜਮਹੂਰੀ ਤਰੀਕੇ ਨਾਲ, ਸ਼ਾਂਤਮਈ ਤਰੀਕੇ ਨਾਲ ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਆ, ਪਰ ਜੋ ਵਿਵਹਾਰ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨਾਲ ਵੋਟ ਦੇ ਵਿੱਚ ਹੋਇਆ ਉਹ ਬਹੁਤ ਹੀ ਨਿੰਦਣਯੋਗ ਆ। ਵੈਸੇ ਤਾਂ ਕਿਸੇ ਨਾਲ ਵੀ ਨਹੀਂ ਹੋਣਾ ਚਾਹੀਦਾ। ਇਹ ਸਾਡੀ ਸੰਸਕ੍ਰਿਤੀ, ਸਾਡੇ ਰਿਵਾਜ, ਸਾਡਾ ਸ਼ਿਸ਼ਟਾਚਾਰ ਨਹੀਂ ਸਿਖਾਉਂਦਾ ਇਹ ਗੱਲਾਂ। ਔਰ ਮੈਂ ਸਮਝਦਾ ਕਿਸਾਨ ਸੰਘਰਸ਼ ਨੂੰ ਢਾਹ ਵੀ ਲੱਗਦੀ ਆ ਜਦੋਂ ਕੋਈ ਹਿੰਸਾਤਮਕ ਕਾਰਵਾਈ ਹੁੰਦੀ ਆ। ਕਿਸਾਨ ਸੰਘਰਸ਼ ਦੀ ਸਫਲਤਾ ਦਾ ਰਾਜ ਹੀ ਇਹ ਆ ਕਿ ਉਹਦੇ ਸ਼ਾਂਤ ਵੀ ਰਿਹਾ, ਉਹ ਜਮਹੂਰੀ ਤਰੀਕੇ ਨਾਲ ਚੱਲਿਆ ਤੇ ਜੇ ਕਿਸੇ ਨੇ ਹਿੰਸਾਤਮਕ ਗੱਲ ਕੀਤੀ ਤਾਂ ਉਹਨੂੰ ਰੋਕਿਆ ਗਿਆ। ਸੋ ਅੱਜ ਵੀ ਮੈਂ ਸਮਝਦਾ ਕਿਸਾਨ ਜਥੇਬੰਦੀਆਂ ਨੇ ਇਹਦੀ ਨਿੰਦਾ ਕੀਤੀ ਆ, ਚੰਗੀ ਗੱਲ ਕੀਤੀ ਆ ਔਰ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਆ ਉਹਨੂੰ ਨਹੀਂ ਕਰਨੀ ਚਾਹੀਦੀ, ਬਹੁਤ ਨਿੰਦਣਯੋਗ ਆ। ਪਰ ਭਾਰਤ ਸਰਕਾਰ ਨੂੰ ਜ਼ਰੂਰ ਮੈਂ ਕਹਿਣਾ ਕਿ ਲੋਕਾਂ ਦੇ ਨਬਜ਼ ਨੂੰ ਦੇਖੇ, ਲੋਕਾਂ ਦਾ ਸਬਰ ਦਾ ਇਮਤਿਹਾਨ ਨਾ ਲਵੇ। ਜਿਵੇਂ ਲੋਕ ਭਰੇ ਪੀਤੇ ਨੇ, ਸਤਾਏ ਪਏ ਨੇ, ਤੰਗ ਨੇ, ਪਰੇਸ਼ਾਨ ਨੇ, ਉਹਨਾਂ ਦੀ ਇਸ ਮਜਬੂਰੀ ਨੂੰ ਜ਼ਰੂਰ ਧਿਆਨ 'ਚ ਰੱਖ ਕੇ देखो इत्थे कॉलेज चल रहे ने, जदों संगत इस कर रहे है, जदों साडे कोल बजट ने अलाउ किया, वाहिगुरू करे की पता उस तो भी वड्डा हस्पताल बन जाए। एक मैं झूठी गल क्यों करा जी? गुरु तेग बहादुर गुरु गोबिंद सिंह था जाके गुरु गोबिंद सिंह के थाल पे तुसीं मैनूं अगले महीने आंदे फल लेना बीबी जी क्या सी शुरू करे किया। सो इस करके मैं गलत नहीं कहना, जदों साडे बजट ने अलाउ करता उस वेले की पता तुसी की कह रहे हो तो असीं की कर देना, ये कोई पता नहीं। श्रोमणी कमेटी की मौज है जिदा कहते खालसा बेपरवाह, इस करके श्रोमणी गुरुद्वारा प्रबंधक कमेटी भी एक मौज च आके पता नहीं तुहाडी किहड़ी सेवा लैके आएगी। महान इतिहासक दिहाड़ा होले महल्ले का ये शक्ति का प्रतीक साडा त्यौहार जो है इंसान वास्ते, खालसे वास्ते एक बड़ा गौरवमय इतिहास है। क्योंकि धन गुरु गोबिंद सिंह जी ने निर्जिंद कौम नूं जिंद देण वास्ते, शक्ति देण वास्ते, ताकतवर बनाउण वास्ते, सैल्फ डिपेंडेंट होने वास्ते अते अपने आप नूं सुरक्षित करने वास्ते एक बहुत बड़ी शक्ति जिहड़ी सी खालसे ने दित्ती। और इत्थों का इतिहास ये दसदा कि मेरे पातशाह ने आप फौजां तैयार करके उन्हां दी आपस विच पहलां जिस तरह युद्ध कराईदा इस तरह युद्ध करांदे सन ते जिहड़ा फतेह पाउंदा सी उहनूं इनाम दिंदे सी। सो ये महान धरती जिथे धन गुरु गोबिंद सिंह जी ने सारियां बख्शां भी दित्तियां, तख्त श्री केसगढ़ साहिब दे उत्ते 5 प्यारे भी साजे। अज दुनिया भर के लोग इस स्थान नूं नतमस्तक होण आ रहे ते अपने परिवार की, खालसे की, संसार के लोगों की चढ़ती कला वास्ते अरदास करने वास्ते आए। मैं धन्नवादी हाँ सारी सिख संगत की जिन्होंने वड्डी गिनती में मैं देख रही सी रस्ते जांदे बहुत वड्डी गिनती शमूलीयत करके इस महान पवित्र स्थान के उत्ते अपनी अरदासां कीतियां, बेनतियां कीतियां ते नाल ही क्योंकि मेरे पातशाह का कथन है जाको हर रंग लागो इस युग में सो कईयत है सूरा। ये नाम की जो रंग है वो सानू चढ़ना चाहिए।
ਜਿਹੜੀਆਂ ਰਵਾਇਤਾਂ ਸਨ ਕਿ ਹੋਲੀ ਦੇ ਉੱਤੇ ਲੋਕ ਇੱਕ ਦੂਜੇ ਤੇ ਗੰਦ ਸੁੱਟਦੇ ਸਨ, ਚਿੱਕੜ ਸੁੱਟਦੇ ਸਨ, ਪਾਣੀ ਸੁੱਟਦੇ ਸਨ ਤੇ ਵੱਖ-ਵੱਖ ਰੰਗ ਪਾ ਕੇ ਦੂਜੇ ਤਰ੍ਹਾਂ ਦੇ ਕੰਮ ਕਰਦੇ ਸਨ। ਉਹਨੂੰ ਵਰਜਿਤ ਕਰਕੇ ਮੇਰੇ ਪਾਤਸ਼ਾਹ ਨੇ ਸਾਨੂੰ ਸਾਰਿਆਂ ਨੂੰ ਨਾਮ ਦੇ ਰੰਗ ਨਾਲ ਜੁੜਨ ਵਾਸਤੇ ਕਿਹਾ, ਬਾਣੀ ਨਾਲ ਜੁੜਨ ਵਾਸਤੇ ਕਿਹਾ। ਸੋ ਜਿਨ੍ਹਾਂ ਨੂੰ ਇਹ ਨਾਮ ਦਾ ਰੰਗ ਲੱਗ ਜਾਵੇ ਫਿਰ ਉਹ ਆਰਿਆਂ ਨਾਲ ਵੀ ਚੀਰੇ ਗਏ। ਜਿਨ੍ਹਾਂ ਨੂੰ ਇਹ ਰੰਗ ਲੱਗ ਗਿਆ ਉਹ ਦੇਗਾ 'ਚ ਉਬਾਲੇ ਖਾ ਗਏ। ਜਿਨ੍ਹਾਂ ਨੂੰ ਰੰਗ ਲੱਗ ਗਿਆ ਉਹ ਸਰਹੰਦ ਦੀਆਂ ਨੀਹਾਂ ਵਿੱਚ ਵੀ ਚਿਣੇ ਗਏ ਔਰ ਜਿਨ੍ਹਾਂ ਨੂੰ ਰੰਗ ਲੱਗ ਗਿਆ ਉਹ ਚਮਕੌਰ ਦੀ ਗੜੀ ਵਿੱਚ ਆਪਣਾ ਆਪਾ ਵਾਰ ਗਏ। ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਨੇ ਇਸ ਰੰਗ ਕਰਕੇ ਹੀ ਖਾਲਸੇ ਦਾ ਜਿਹੜਾ ਸੀ ਰਾਜ ਉਹ ਸਥਾਪਿਤ ਕਰ ਦਿੱਤਾ। ਸੋ ਮੈਂ ਸਮਝਦੀ ਹਾਂ ਕਿ ਇਹ ਸਾਡੇ ਵਾਸਤੇ ਬਹੁਤ ਭਾਗਾਂ ਵਾਲੀ ਘੜੀ ਹੈ। ਸਾਰਿਆਂ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨਾਲ ਜੁੜ ਕੇ ਧੰਨ ਗੁਰੂ ਗੋਬਿੰਦ ਸਿੰਘ ਦੀਆਂ ਬਖਸ਼ਾਂ ਲੈ ਕੇ ਸਾਨੂੰ ਅੱਜ ਸਾਰਿਆਂ ਨੂੰ ਇੱਥੋਂ ਸ਼ਕਤੀ ਲੈ ਕੇ ਜਾਣਾ ਚਾਹੀਦਾ। ਉੱਥੇ ਸਰਕਾਰਾਂ ਕਹਿੰਦੀਆਂ ਨੇ ਕਿ ਕੋਵਿਡ ਦਾ ਟੈਸਟ ਕਰਵਾਉਣ ਦੀ ਕੋਈ ਲੋੜ ਨਹੀਂ, ਖਾਸ ਤੌਰ ਤੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਦੇਖੋ ਗੱਲ ਇਹ ਹੈਗੀ ਹੈ ਕਿ ਕੁੰਭ ਦਾ ਮੇਲਾ ਕਰੋੜਾਂ ਲੋਕ ਇਕੱਠੇ ਹੋ ਰਹੇ ਹੈ। ਜੋ ਚੋਣ ਰੈਲੀਆਂ ਹੋ ਰਹੀਆਂ ਨੇ ਵੱਖ ਸਟੇਟਾਂ ਦੇ ਵਿੱਚ ਉਹ ਵੀ ਹਜ਼ਾਰਾਂ ਦੀ ਗਿਣਤੀ 'ਚ ਲੋਕ ਇਕੱਠੇ ਹੋ ਰਹੇ ਹੈ। ਜਦੋਂ ਪੰਜਾਬ ਦੇ ਵਿੱਚ ਕੋਈ ਰੈਲੀ ਕਰਨੀ ਹੋਵੇ ਸਾਨੂੰ ਇਜਾਜ਼ਤ ਲੈਣ ਵਾਸਤੇ ਬੜਾ ਜ਼ੋਰ ਲੱਗ ਰਿਹਾ ਔਰ ਇਜਾਜ਼ਤਾਂ ਵੀ ਨਹੀਂ ਮਿਲ ਰਹੀਆਂ। ਜਦੋਂ ਇੱਥੇ ਕੋਈ ਸੰਗਤ ਜੁੜਦੀ ਹੈ ਤੇ ਉਸ ਵੇਲੇ ਸਾਰੇ ਬਾਰ-ਬਾਰ ਇਹ ਗੱਲ ਕਹਿ ਕੇ ਕਿ ਟੈਸਟ ਜ਼ਰੂਰ ਕਰਾਓ, ਇਹ ਹਦਾਇਤਾਂ ਦਾ ਪਾਲਣ ਕਰੋ। ਮੈਂ ਸਮਝਦੀ ਹਾਂ ਕਿ ਹਦਾਇਤਾਂ ਦਾ ਪਾਲਣਾ ਕਰਨਾ ਚਾਹੀਦਾ। ਇਹ 'ਚ ਮੈਂ ਵੀ ਨਹੀਂ ਕਹਿੰਦੀ ਕਿ ਨਹੀਂ ਕਰਨਾ ਚਾਹੀਦਾ। ਸਾਨੂੰ ਸਾਰਿਆਂ ਨੂੰ ਸੁਚੇਤ ਹੋਣਾ ਚਾਹੀਦਾ ਕਿਉਂਕਿ ਜੇ ਕੋਈ ਇਨਫੈਕਸ਼ਨ, ਜੇ ਕੋਈ ਵਾਇਰਸ ਹੋਵੇ ਤੇ ਬਿਮਾਰੀਆਂ ਤਾਂ ਬਾਕੀ ਵੀ ਬੜੀਆਂ ਨੇ। ਵਾਇਰਸ ਤੇ ਹੁਣ ਨਜ਼ਲਾ ਹੋ ਜਾਂਦਾ, ਜ਼ੁਕਾਮ ਹੁੰਦਾ, ਸਾਨੂੰ ਸਾਰਿਆਂ ਨੂੰ ਕੋਈ ਨਾ ਕੋਈ ਮਲੇਰੀਆ ਹੁੰਦਾ, ਵਾਇਰਲ ਹੋ ਜਾਂਦਾ। ਇਹ ਸਾਰੀਆਂ ਬਿਮਾਰੀਆਂ ਸਾਰੀਆਂ ਇਨਫੈਕਸ਼ਨ ਦੀਆਂ ਹੋ ਜਾਂਦੀਆਂ। ਲੇਕਿਨ ਇਸ ਨੂੰ ਅਸੀਂ ਇਸ ਤਰ੍ਹਾਂ ਢੰਗ ਨਾਲ ਨਾ ਪੇਸ਼ ਕਰੀਏ ਕਿ ਜਿਸ ਤਰ੍ਹਾਂ ਕਿਤੇ ਪਤਾ ਨਹੀਂ ਮਨੁੱਖ ਨੂੰ ਇੱਕ ਦੂਜੇ ਦੇ ਨਾਲ ਕਿਤੇ ਕਿੱਡੀ ਕੁ ਵੱਡੀ ਉਹਦੇ 'ਤੇ ਆਫਤ ਆ ਜਾਏਗੀ। ਇਹ ਤੇ ਸਾਡਾ ਸਰੀਰ ਹੈ, ਇਸ ਸਰੀਰ ਨੇ ਜਿਹਨੂੰ ਪ੍ਰਮਾਤਮਾ ਨੇ ਬਖਸ਼ਿਸ਼ ਕਰਨੀ ਹੈ ਉਹਨੂੰ ਤਾਕਤ ਵੀ ਬਖਸ਼ਣੀ ਹੈ। ਸੋ ਇਲਾਜ ਹਰ ਚੀਜ਼ ਦਾ ਹੁੰਦਾ ਹੈ। ਬਹੁਤਾ ਇਹਨੂੰ ਘਬਰਾਹਟ ਵਿੱਚ ਲੈ ਕੇ ਵੀ ਸੰਗਤਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ। ਮੈਂ ਸਮਝਦੀ ਸਰਕਾਰ ਦੀ ਇਹ ਪੰਜਾਬ ਦੇ ਲੋਕਾਂ ਦੇ ਨਾਲ ਇੱਕ ਧੱਕਾ ਹੀ ਹੈ ਕਿ ਐਵੇਂ ਬਿਨਾਂ ਮਤਲਬ ਤੋਂ ਉਹਨਾਂ ਨੂੰ ਅੱਗੇ ਵੀ ਡਰਾ ਕੇ ਅੰਦਰਾਂ 'ਚ ਵਾੜਤੇ। ਰੋਜ਼ੀ ਰੋਟੀ ਖਤਮ ਹੋ ਗਈ, ਵਪਾਰ ਖਤਮ ਹੋ ਗਏ, ਕਾਰੋਬਾਰ ਖਤਮ ਹੋ ਗਏ, ਲੋਕਾਂ ਦੀਆਂ ਮੁਸੀਬਤਾਂ ਬਣ ਗਈਆਂ। ਸਾਡੇ ਗੁਰਦੁਆਰਿਆਂ ਸਾਹਿਬਾਨਾਂ ਦੇ ਵਿੱਚ ਵੀ ਇੰਨਾ ਡਰਾਇਆ ਸੀ ਕਿ ਸਾਡੇ 8-9 ਮਹੀਨੇ ਸਾਰੇ ਕਾਰੋਬਾਰ ਜਿਹੜੇ ਸੀਗੇ ਸਾਨੂੰ ਸਾਰੇ ਆਪਣੀਆਂ ਐਫਡੀਆਂ ਤੜਾ ਕੇ ਕਰਜ਼ੇ ਚੁੱਕ ਕੇ ਇੱਧਰੋਂ ਤੇ ਅਸੀਂ ਸਾਨੂੰ ਚਲਾਉਣਾ ਪਿਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦੇਖਣ ਚਾਹੁੰਦੀਆਂ ਕਿ ਸਰਕਾਰ ਪੰਜਾਬ ਦੀ ਜਿਹੜੀ ਹੈ ਉਹ ਹਮੇਸ਼ਾ ਹੀ ਜਿਹੜੀ ਸੰਗਤਾਂ ਨੂੰ ਪਰੇਸ਼ਾਨੀ ਵਿੱਚ ਜੁਟੀ ਹੋਈ। ਸ਼੍ਰੋਮਣੀ ਕਮੇਟੀ ਮਹਾਨ ਇਤਿਹਾਸਕ ਦਿਹਾੜਾ ਹੋਲੇ ਮਹੱਲੇ ਦਾ ਇਹ ਸ਼ਕਤੀ ਦਾ ਪ੍ਰਤੀਕ ਸਾਡਾ ਤਿਉਹਾਰ ਜੋ ਹੈ ਇਨਸਾਨ ਵਾਸਤੇ, ਖਾਲਸੇ ਵਾਸਤੇ ਇੱਕ ਬੜਾ ਗੌਰਵਮਈ ਇਤਿਹਾਸ ਹੈ। ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਨਿਰਜਿੰਦ ਕੌਮ ਨੂੰ ਜਿੰਦ ਦੇਣ ਵਾਸਤੇ, ਸ਼ਕਤੀ ਦੇਣ ਵਾਸਤੇ, ਤਾਕਤਵਰ ਬਣਾਉਣ ਵਾਸਤੇ, ਸੈਲਫ ਡਿਪੈਂਡੈਂਟ ਹੋਣ ਵਾਸਤੇ ਅਤੇ ਆਪਣੇ ਆਪ ਨੂੰ ਸੁਰੱਖਿਅਤ ਕਰਨ ਵਾਸਤੇ ਇੱਕ ਬਹੁਤ ਵੱਡੀ ਸ਼ਕਤੀ ਜਿਹੜੀ ਸੀ ਉਹ ਖਾਲਸੇ ਨੇ ਦਿੱਤੀ। ਔਰ ਇੱਥੋਂ ਦਾ ਇਤਿਹਾਸ ਇਹ ਦੱਸਦਾ ਕਿ ਮੇਰੇ ਪਾਤਸ਼ਾਹ ਨੇ ਆਪ ਫੌਜਾਂ ਤਿਆਰ ਕਰਕੇ ਉਹਨਾਂ ਦੀ ਆਪਸ ਵਿੱਚ ਪਹਿਲਾਂ ਜਿਸ ਤਰ੍ਹਾਂ ਯੁੱਧ ਕਰਾਈਦਾ ਇਸ ਤਰ੍ਹਾਂ ਯੁੱਧ ਕਰਾਉਂਦੇ ਸਨ ਤੇ ਜਿਹੜਾ ਫਤਿਹ ਪਾਉਂਦਾ ਸੀ ਉਹਨੂੰ ਇਨਾਮ ਦਿੰਦੇ ਸੀ। ਸੋ ਇਹ ਮਹਾਨ ਧਰਤੀ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੀਆਂ ਬਖਸ਼ਾਂ ਵੀ ਦਿੱਤੀਆਂ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਉੱਤੇ 5 ਪਿਆਰੇ ਵੀ ਸਾਜੇ। ਅੱਜ ਦੁਨੀਆ ਭਰ ਦੇ ਲੋਕ ਇਸ ਸਥਾਨ ਨੂੰ ਨਤਮਸਤਕ ਹੋਣ ਆ ਰਹੇ ਤੇ ਆਪਣੇ ਪਰਿਵਾਰ ਦੀ, ਖਾਲਸੇ ਦੀ, ਸੰਸਾਰ ਦੇ ਲੋਕਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਨ ਵਾਸਤੇ ਆਏ। ਮੈਂ ਧੰਨਵਾਦੀ ਹਾਂ ਸਾਰੀ ਸਿੱਖ ਸੰਗਤ ਦੀ ਜਿਨ੍ਹਾਂ ਨੇ ਵੱਡੀ ਗਿਣਤੀ ਵਿੱਚ ਮੈਂ ਦੇਖ ਰਹੀ ਸੀ ਰਸਤੇ ਜਾਂਦੇ ਆ ਬਹੁਤ ਵੱਡੀ ਗਿਣਤੀ ਸ਼ਮੂਲੀਅਤ ਕਰਕੇ ਇਸ ਮਹਾਨ ਪਵਿੱਤਰ ਸਥਾਨ ਦੇ ਉੱਤੇ ਆਪਣੀਆਂ ਅਰਦਾਸਾਂ ਕੀਤੀਆਂ, ਬੇਨਤੀਆਂ ਕੀਤੀਆਂ ਤੇ ਨਾਲ ਹੀ ਕਿਉਂਕਿ ਮੇਰੇ ਪਾਤਸ਼ਾਹ ਦਾ ਕਥਨ ਹੈ ਜਾਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਈਅਤ ਹੈ ਸੂਰਾ। ਇਹ ਨਾਮ ਦੀ ਜਿਹੜਾ ਰੰਗ ਹੈ ਉਹ ਸਾਨੂੰ ਚੜ੍ਹਨਾ ਚਾਹੀਦਾ। ਜਿਹੜੀਆਂ ਰਵਾਇਤਾਂ ਸਨ ਕਿ ਹੋਲੀ ਦੇ ਉੱਤੇ ਲੋਕ ਇੱਕ ਦੂਜੇ ਤੇ ਗੰਦ ਸੁੱਟਦੇ ਸਨ, ਚਿੱਕੜ ਸੁੱਟਦੇ ਸਨ, ਪਾਣੀ ਸੁੱਟਦੇ ਸਨ ਤੇ ਵੱਖ-ਵੱਖ ਰੰਗ ਪਾ ਕੇ ਦੂਜੇ ਤਰ੍ਹਾਂ ਦੇ ਕੰਮ ਕਰਦੇ ਸਨ, ਉਹਨੂੰ ਵਰਜਿਤ ਕਰਕੇ ਮੇਰੇ ਪਾਤਸ਼ਾਹ ਨੇ ਸਾਨੂੰ ਸਾਰਿਆਂ ਨੂੰ ਨਾਮ ਦੇ ਰੰਗ ਨਾਲ ਜੁੜਨ ਵਾਸਤੇ ਕਿਹਾ, ਬਾਣੀ ਨਾਲ ਜੁੜਨ ਵਾਸਤੇ ਕਿਹਾ। ਸੋ ਜਿਨ੍ਹਾਂ ਨੂੰ ਇਹ ਨਾਮ ਦਾ ਰੰਗ ਲੱਗ ਜਾਵੇ ਫਿਰ ਉਹ ਆਰਿਆਂ ਨਾਲ ਵੀ ਚੀਰੇ ਗਏ। ਜਿਨ੍ਹਾਂ ਨੂੰ ਇਹ ਰੰਗ ਲੱਗ ਗਿਆ ਉਹ ਦੇਗਾ 'ਚ ਉਬਾਲੇ ਖਾ ਗਏ। ਜਿਨ੍ਹਾਂ ਨੂੰ ਰੰਗ ਲੱਗ ਗਿਆ ਉਹ ਸਰਹੰਦ ਦੀਆਂ ਨੀਹਾਂ ਵਿੱਚ ਵੀ ਚਿਣੇ ਗਏ ਔਰ ਜਿਨ੍ਹਾਂ ਨੂੰ ਰੰਗ ਲੱਗ ਗਿਆ ਉਹ ਚਮਕੌਰ ਦੀ ਗੜੀ ਵਿੱਚ
ਆਪਣਾ ਆਪਾ ਵਾਰ ਗਏ। ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਨੇ ਇਸ ਰੰਗ ਕਰਕੇ ਹੀ ਖਾਲਸੇ ਦਾ ਜਿਹੜਾ ਸੀ ਰਾਜ ਉਹ ਸਥਾਪਿਤ ਕਰ ਦਿੱਤਾ। ਸੋ ਮੈਂ ਸਮਝਦੀ ਹਾਂ ਕਿ ਇਹ ਸਾਡੇ ਵਾਸਤੇ ਬਹੁਤ ਭਾਗਾਂ ਵਾਲੀ ਘੜੀ ਹੈ। ਸਾਰਿਆਂ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨਾਲ ਜੁੜ ਕੇ, ਧੰਨ ਗੁਰੂ ਗੋਬਿੰਦ ਸਿੰਘ ਦੀਆਂ ਬਖਸ਼ਾਂ ਲੈ ਕੇ ਸਾਨੂੰ ਅੱਜ ਸਾਰਿਆਂ ਨੂੰ ਇੱਥੋਂ ਸ਼ਕਤੀ ਲੈ ਕੇ ਜਾਣਾ ਚਾਹੀਦਾ। ਉੱਥੇ ਸਰਕਾਰਾਂ ਕਹਿੰਦੀਆਂ ਨੇ ਕਿ ਕੋਵਿਡ ਦਾ ਟੈਸਟ ਕਰਵਾਉਣ ਦੀ ਕੋਈ ਲੋੜ ਨਹੀਂ, ਖਾਸ ਤੌਰ ਤੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਦੇਖੋ ਗੱਲ ਇਹ ਹੈਗੀ ਹੈ ਕਿ ਕੁੰਭ ਦਾ ਮੇਲਾ ਕਰੋੜਾਂ ਲੋਕ ਇਕੱਠੇ ਹੋ ਰਹੇ ਹੈ। ਜੋ ਚੋਣ ਰੈਲੀਆਂ ਹੋ ਰਹੀਆਂ ਨੇ ਵੱਖ ਸਟੇਟਾਂ ਦੇ ਵਿੱਚ, ਉਹ ਵੀ ਹਜ਼ਾਰਾਂ ਦੀ ਗਿਣਤੀ 'ਚ ਲੋਕ ਇਕੱਠੇ ਹੋ ਰਹੇ ਹੈ। ਜਦੋਂ ਪੰਜਾਬ ਦੇ ਵਿੱਚ ਕੋਈ ਰੈਲੀ ਕਰਨੀ ਹੋਵੇ, ਸਾਨੂੰ ਇਜਾਜ਼ਤ ਲੈਣ ਵਾਸਤੇ ਬੜਾ ਜ਼ੋਰ ਲੱਗ ਰਿਹਾ ਔਰ ਇਜਾਜ਼ਤਾਂ ਵੀ ਨਹੀਂ ਮਿਲ ਰਹੀਆਂ। ਜਦੋਂ ਇੱਥੇ ਕੋਈ ਸੰਗਤ ਜੁੜਦੀ ਹੈ ਤੇ ਉਸ ਵੇਲੇ ਸਾਰੇ ਬਾਰ-ਬਾਰ ਇਹ ਗੱਲ ਕਹਿ ਕੇ ਕਿ ਟੈਸਟ ਜ਼ਰੂਰ ਕਰਾਓ, ਇਹ ਹਦਾਇਤਾਂ ਦਾ ਪਾਲਣ ਕਰੋ। ਮੈਂ ਸਮਝਦੀ ਹਾਂ ਕਿ ਹਦਾਇਤਾਂ ਦਾ ਪਾਲਣਾ ਕਰਨਾ ਚਾਹੀਦਾ। ਇਹ 'ਚ ਮੈਂ ਵੀ ਨਹੀਂ ਕਹਿੰਦੀ ਕਿ ਨਹੀਂ ਕਰਨਾ ਚਾਹੀਦਾ। ਸਾਨੂੰ ਸਾਰਿਆਂ ਨੂੰ ਸੁਚੇਤ ਹੋਣਾ ਚਾਹੀਦਾ, ਕਿਉਂਕਿ ਜੇ ਕੋਈ ਇਨਫੈਕਸ਼ਨ, ਜੇ ਕੋਈ ਵਾਇਰਸ ਹੋਵੇ ਤੇ ਬਿਮਾਰੀਆਂ ਤੇ ਬਾਕੀ ਵੀ ਬੜੀਆਂ ਨੇ। ਵਾਇਰਸ ਤੇ ਹੁਣ ਨਜ਼ਲਾ ਹੋ ਜਾਂਦਾ, ਜ਼ੁਕਾਮ ਹੁੰਦਾ, ਸਾਨੂੰ ਸਾਰਿਆਂ ਨੂੰ ਕੋਈ ਨਾ ਕੋਈ ਮਲੇਰੀਆ ਹੁੰਦਾ, ਵਾਇਰਲ ਹੋ ਜਾਂਦਾ। ਇਹ ਸਾਰੀਆਂ ਬਿਮਾਰੀਆਂ ਸਾਰੀਆਂ ਇਨਫੈਕਸ਼ਨ ਦੀਆਂ ਹੋ ਜਾਂਦੀਆਂ। ਲੇਕਿਨ ਇਸ ਨੂੰ ਅਸੀਂ ਇਸ ਤਰ੍ਹਾਂ ਢੰਗ ਨਾਲ ਨਾ ਪੇਸ਼ ਕਰੀਏ ਕਿ ਜਿਸ ਤਰ੍ਹਾਂ ਕਿਤੇ ਪਤਾ ਨਹੀਂ ਮਨੁੱਖ ਨੂੰ ਇੱਕ ਦੂਜੇ ਦੇ ਨਾਲ ਕਿਤੇ ਕਿੱਡੀ ਕੁ ਵੱਡੀ ਉਹਦੇ 'ਤੇ ਆਫਤ ਆ ਜਾਏਗੀ। ਇਹ ਤੇ ਸਾਡਾ ਸਰੀਰ ਹੈ, ਇਸ ਸਰੀਰ ਨੇ ਜਿਹਨੂੰ ਪ੍ਰਮਾਤਮਾ ਨੇ ਬਖਸ਼ ਕਰਨੀ ਹੈ, ਉਹਨੂੰ ਤਾਕਤ ਵੀ ਬਖਸ਼ਣੀ ਹੈ। ਸੋ ਇਲਾਜ ਹਰ ਚੀਜ਼ ਦਾ ਹੁੰਦਾ ਹੈ। ਬਹੁਤਾ ਇਹਨੂੰ ਘਬਰਾਹਟ ਵਿੱਚ ਲੈ ਕੇ ਵੀ ਸੰਗਤਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ। ਮੈਂ ਸਮਝਦੀ ਸਰਕਾਰ ਦੀ ਇਹ ਪੰਜਾਬ ਦੇ ਲੋਕਾਂ ਦੇ ਨਾਲ ਇੱਕ ਧੱਕਾ ਹੀ ਹੈ ਕਿ ਐਵੇਂ ਬਿਨਾਂ ਮਤਲਬ ਤੋਂ ਉਹਨਾਂ ਨੂੰ ਅੱਗੇ ਵੀ ਡਰਾ ਕੇ ਅੰਦਰਾਂ 'ਚ ਵਾੜਦੇ। ਰੋਜ਼ੀ ਰੋਟੀ ਖਤਮ ਹੋ ਗਈ, ਵਪਾਰ ਖਤਮ ਹੋ ਗਏ, ਕਾਰੋਬਾਰ ਖਤਮ ਹੋ ਗਏ, ਲੋਕਾਂ ਦੀਆਂ ਮੁਸੀਬਤਾਂ ਬਣ ਗਈਆਂ। ਸਾਡੇ ਗੁਰਦੁਆਰਿਆਂ ਸਾਹਿਬਾਨਾਂ ਦੇ ਵਿੱਚ ਵੀ ਇੰਨਾ ਡਰਾਇਆ ਸੀ ਕਿ ਸਾਡੇ 8-9 ਮਹੀਨੇ ਸਾਰੇ ਕਾਰੋਬਾਰ ਜਿਹੜੇ ਸੀਗੇ ਸਾਨੂੰ ਸਾਰੇ ਆਪਣੀਆਂ ਐਫਡੀਆਂ ਤੜਾ ਕੇ ਕਰਜ਼ੇ ਚੁੱਕ ਕੇ ਇੱਧਰੋਂ ਤੇ ਸਾਨੂੰ ਚਲਾਉਣਾ ਪਿਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀ ਦੇਖਣ ਚਾਹੁੰਦੀਆਂ ਕਿ ਸਰਕਾਰ ਪੰਜਾਬ ਦੀ ਜਿਹੜੀ ਹੈ ਉਹ ਹਮੇਸ਼ਾ ਹੀ ਜਿਹੜੀ ਸੰਗਤਾਂ ਨੂੰ ਪਰੇਸ਼ਾਨੀ ਵਿੱਚ ਜੁਟੀ ਹੋਈ। ਸ਼੍ਰੋਮਣੀ ਕਮੇਟੀ ਈਵਨ ਤੁਹਾਡੇ ਅੰਕੜੇ ਵੀ ਦੱਸਦੇ ਆ ਕਿ 25% ਲੋਕ ਆ ਰਹੇ। ਕਾਰਨ ਕੀ ਹੈ ਜੀ? ਚਲੋ ਕੁਦਰਤੀ ਹੈ ਜੀ। ਦੇਖੋ ਜਦੋਂ ਇਹ ਹਾਲਾਤ ਇੱਦਾਂ ਦੇ ਬਣੇ ਹੋਣ ਕਿ ਸਰਕਾਰ ਵਾਰ-ਵਾਰ ਸੰਗਤਾਂ ਨੂੰ ਪੈਨਿਕ ਕ੍ਰੀਏਟ ਕਰਦੀ ਹੋਵੇ ਕਿ ਇੱਥੇ ਕੋਵਿਡ ਦਾ ਬੜਾ ਜ਼ੋਰ ਹੋ ਗਿਆ, ਸਾਰੇ ਜਿਹੜੇ ਹੈ ਉਹ ਘੱਟ ਗਿਣਤੀ ਵਿੱਚ ਪਹੁੰਚਣ, ਇਹ ਲੋਕਾਂ ਨੂੰ ਡਰਾ ਕੇ ਰੱਖਣਾ, ਪੈਨਿਕ ਕ੍ਰੀਏਟ ਕਰਨੀ, ਮੇਰਾ ਖਿਆਲ ਹੈ ਕਿ ਇਹੀ ਕਾਰਨ ਹੈ ਕਿ ਸੰਗਤ ਜਿਹੜੀ ਸੁਚੇਤ ਹੋ ਕੇ ਆ ਰਹੀ ਹੈ। ਫਿਰ ਵੀ ਮੈਂ ਦੇਖ ਰਹੀ ਹਾਂ ਕਿ ਸੰਗਤ ਦਾ ਬੜਾ ਵੱਡਾ ਮੈਂ ਕਹਿੰਦੀ ਸ਼ਰਧਾ ਅਤੇ ਸਤਿਕਾਰ ਹੈ ਗੁਰੂ ਪ੍ਰਤੀ ਕਿ ਉਹ ਪਰਵਾਹ ਨਹੀਂ ਕਰਦੇ। ਉਹ ਬੇਪਰਵਾਹੀ ਦੇ ਨਾਲ ਸਾਰੀ ਸੰਗਤ ਬੜੀ ਉਮੜ ਕੇ ਆ ਰਹੀ ਹੈ। ਰਸਤੇ ਵਿੱਚ ਵੀ ਮੈਂ ਦੇਖਿਆ ਸੜਕਾਂ 'ਤੇ ਬਹੁਤ ਭਰੀਆਂ ਹੋਈਆਂ ਸੜਕਾਂ ਜਾ ਰਹੀਆਂ ਨੇ ਔਰ ਸੰਗਤ ਨੂੰ ਇੱਕ ਵਿਸ਼ਵਾਸ ਹੈ ਕਿ ਜਿਸ ਘਰ ਦੇ ਵਿੱਚ ਅਸੀਂ ਆ ਕੇ ਮੱਥਾ ਟੇਕਣ ਲੱਗੇ ਹਾਂ, ਇੱਥੇ ਸਾਰੇ ਸੁੱਖ ਹੀ ਪ੍ਰਾਪਤ ਹੁੰਦੇ ਆ। ਸਾਰਾ ਸਾਡਾ ਦੁੱਖ ਜਿਹੜਾ ਖਤਮ ਹੋ ਜਾਂਦਾ ਜਦੋਂ ਅਸੀਂ ਗੁਰੂ ਦੇ ਸ਼ਰਨ ਵਿੱਚ ਆ ਜਾਂਦੇ ਹਾਂ। ਸੋ ਮੈਨੂੰ ਆਸ ਹੀ ਵਿਸ਼ਵਾਸ ਹੈ ਕਿ ਸੰਗਤਾਂ ਪੈਨਿਕ 'ਚ ਨਹੀਂ ਆਉਣਗੀਆਂ, ਡਰਨਗੀਆਂ ਨਹੀਂ, ਆਪਣੇ ਗੁਰੂ ਦੇ ਉੱਤੇ ਭਰੋਸਾ ਤੇ ਵਿਸ਼ਵਾਸ ਲੈ ਕੇ ਇਸੇ ਤਰ੍ਹਾਂ ਉਮੜ ਕੇ ਆਉਣਗੀਆਂ। ਤੁਸੀਂ ਪੁਆਇੰਟ ਆਊਟ ਕਰ ਰਹੇ ਹੋ ਪਰ ਸ਼੍ਰੋਮਣੀ ਕਮੇਟੀ ਨੇ ਜੀ ਆਪਣਾ ਬਣਦਾ ਰੋਲ ਅਦਾ ਨਹੀਂ ਕੀਤਾ। ਜਿਹੜਾ ਪੰਡਾਲ ਜਿਹੜਾ ਪਿਛਲੇ ਕਈ ਦਹਾਕਿਆਂ ਤੋਂ ਕੰਟੀਨਿਊਸਲੀ ਲੱਗਦਾ ਆ ਰਿਹਾ, ਇਸ ਵਾਰ ਤੁਸੀਂ ਵੀ ਲਗਾਇਆ ਨਹੀਂ। ਸ਼੍ਰੋਮਣੀ ਕਮੇਟੀ ਪ੍ਰੈਜ਼ੀਡੈਂਟ ਪਹਿਲਾਂ ਵੀ ਆ ਕੇ ਹੋਲੇ ਮਹੱਲੇ ਤੋਂ ਦੌਰਾ ਕਰਦੇ, ਅੱਜ ਤੁਸੀਂ ਦੂਸਰੇ ਦਿਨ ਆ ਰਹੇ ਹੋ। ਜਥੇਦਾਰ ਅਕਾਲ ਤਖਤ ਅਜੇ ਤੱਕ ਪਹੁੰਚੇ ਨਹੀਂ। ਤੁਸੀਂ ਨਹੀਂ ਸਮਝਦੇ ਕਿਤੇ ਨਾ ਕਿਤੇ ਸ਼੍ਰੋਮਣੀ ਕਮੇਟੀ ਬੈਕਫੁੱਟ ਤੇ ਗਈ ਹੈ? ਨਹੀਂ, ਅਸੀਂ ਦੇਖੋ ਕੰਮ ਦੇ ਵਿੱਚ ਬੈਕਫੁੱਟ ਤੇ ਨਹੀਂ, ਇਹ ਸਮਾਗਮ ਚੱਲ ਰਿਹਾ ਹੈ। ਪ੍ਰਬੰਧ ਵੱਖ-ਵੱਖ ਹੈ। ਚੀਫ ਸੈਕਟਰੀ ਸਾਹਿਬ ਉਸ ਦਿਨ ਦੇ ਬੈਠੇ ਹੈ, ਮੈਨੇਜਰ ਸਾਹਿਬ ਬੈਠੇ ਨੇ, ਮੈਂਬਰ ਸਾਹਿਬਾਨ ਬੈਠੇ ਹੈ, ਸੀਨੀਅਰ ਮੀਤ ਪ੍ਰਧਾਨ ਸਾਡੇ ਸਾਰੇ ਆਏ ਹੈ। ਸਾਡੀਆਂ ਕੋਈ ਡਿਊਟੀਆਂ ਨੇ, ਕੱਲ੍ਹ ਸਾਡੀਆਂ ਹੋਰ ਡਿਊਟੀਆਂ ਉੱਥੇ ਹੁੰਦੀਆਂ ਕਿਉਂਕਿ ਸਮਾਗਮ ਜਿਹੜੇ 400 ਸਾਲਾਂ ਚੱਲ ਰਹੇ, 400 ਸਾਲਾਂ ਪ੍ਰਬੰਧਾਂ ਨੂੰ ਕਰਨਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਸਮਾਗਮ ਨੂੰ ਚਲਾਉਣਾ, ਇਹ ਸਾਡੇ ਵਾਸਤੇ ਹੋਰ ਸਾਰੇ ਤਲਵੰਡੀ ਸਾਬੋ 'ਚ ਵੀ ਸਮਾਗਮ ਨੇ, ਇੱਥੇ ਦਰਬਾਰ ਸਾਹਿਬ 'ਚ ਬਹੁਤ ਵੱਡਾ ਸਮਾਗਮ ਹੋਣੇ ਆ, ਅੰਮ੍ਰਿਤਸਰ ਸਾਹਿਬ ਵਿਖੇ। ਉਹ ਸਾਰੇ ਸਮਾਗਮਾਂ ਨੂੰ ਅਸੀਂ ਬਕਾਇਦਾ ਜਿਹੜੀ ਵਿਉਂਤਬੰਦੀ ਦੇ ਰਹੇ ਹਾਂ। ਸੋ ਉਹਨਾਂ ਸਾਰਿਆਂ ਵਿੱਚ ਰੁਝੇਵੇਂ ਹੁੰਦੇ ਆ। ਕੋਈ ਜ਼ਰੂਰੀ ਨਹੀਂ ਕਿ ਦੇਖੋ ਅੱਗੇ ਪੰਡਾਲ ਤਾਂ ਲੱਗਦੇ ਸੀਗੇ ਕਿ ਅਸੀਂ ਵੱਡੇ ਸਮਾਗਮ ਕਰਕੇ ਤੇ ਉਹਦੇ ਵਿੱਚ ਅਸੀਂ ਗੁਰਮਤਿ ਦਾ ਸਮਾਗਮ ਵੀ ਕਰਦੇ ਸੀ, ਪਰ ਹੁਣ ਕਿਉਂਕਿ ਸਿਆਸੀ ਕਾਨਫਰੰਸਾਂ ਸਾਰੀਆਂ ਬੰਦ ਕਰ ਦਿੱਤੀਆਂ ਸਾਰੀਆਂ। ਅਸੀਂ ਇਹ ਸੋਚਿਆ ਕਿ ਜੇ ਉਹ ਸਿਆਸੀ ਕਾਨਫਰੰਸਾਂ ਨੂੰ ਅਸੀਂ ਇਹ ਅਲਾਓ ਕਰਾਂਗੇ ਜਾਂ ਉਹ ਕਰਨਗੇ ਤੇ ਕਿਤੇ ਸਰਕਾਰ ਨੂੰ ਇੱਕ ਬਹਾਨਾ ਨਾ ਬਣ ਜਾਵੇ ਵੀ ਤੇ ਇਕੱਠ ਬਹੁਤ ਵੱਡੇ ਹੋ ਗਏ। 400 ਸਾਲਾਂ ਦੇ ਸਮਾਗਮ ਅਸੀਂ ਇੱਥੇ ਲਿਖੇ ਸੀਗੇ ਕਿ 400 ਸਾਲਾਂ ਦੇ ਸਮਾਗਮ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਕਰ ਲਏ ਜਾਣ, ਪਰ ਸੰਗਤ ਦਾ ਮਨ ਬਣਿਆ ਕਿ ਇਸ ਸਮਾਗਮ ਨੂੰ ਇਹਦੇ 'ਚ ਵੀ ਬਹੁਤ ਆਹ ਸੰਗਤ ਆਉਣੀ ਹੈ, ਇਹਨਾਂ ਨੂੰ ਇਸ ਤਰ੍ਹਾਂ ਆਨੰਦ ਲੈਣ ਦਿਓ। ਬਾਅਦ ਵਿੱਚ ਅਸੀਂ 400 ਸਾਲਾਂ ਦਾ ਸਮਾਗਮ ਜਿਹੜੇ ਵੱਖਰੇ ਤੌਰ ਦੇ ਉੱਤੇ ਕਰ ਲਵਾਂਗੇ। ਸੋ ਇੱਕ ਹੋਰ ਈਵੈਂਟ ਬਣ ਜਾਏਗਾ।
ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਸਿੱਖਿਆਵਾਂ ਦਾ ਬਾਣੀ ਦਾ ਪ੍ਰਚਾਰ ਕਰਨ ਵਾਸਤੇ ਸਾਡੇ ਕੋਲ ਇੱਕ ਹੋਰ ਇਵੈਂਟ ਆ ਜਾਏਗਾ, ਉਹ ਵੀ ਸਮਾਗਮ ਹੋਣੇ ਹੈ, ਬਾਕੀ ਵੀ ਹੋਣੇ ਹੈ। ਬਾਕੀ ਦੇਖੋ ਸੰਗਤ ਦੀ ਸ਼ਰਧਾ ਸਤਿਕਾਰ ਜਿਹੜਾ ਉਹ ਆਪਣੀ ਮਰਜ਼ੀ ਨਾਲ ਹੋਣਾ ਹੈ। ਅਸੀਂ ਸਾਰੇ ਪ੍ਰਬੰਧ ਗੁਰੂ ਤੇਗ ਬਹਾਦਰ ਸਾਹਿਬ ਦੇ ਸਮਾਗਮਾਂ ਦੇ ਵੀ ਕਰ ਰਹੇ ਹਾਂ। ਨਗਰ ਕੀਰਤਨ ਚੱਲ ਰਿਹਾ, ਕਿਸੇ ਕਾਰਨ ਕਿਉਂਕਿ 26 ਨੂੰ ਬੰਦ ਰਿਹਾ, ਸੰਗਤਾਂ ਨੂੰ ਰਸਤਿਆਂ ਵਿੱਚ ਆਉਣ ਦੀ ਕਈ ਵਾਰੀ ਸ਼ਰਧਾ ਨਾਲ ਮੱਥਾ ਨਹੀਂ ਟੇਕ ਸਕਦੇ, ਆਉਣਾ ਚਾਹੁੰਦੇ ਹੁੰਦੇ ਦਰਸ਼ਨ ਕਰਨ ਵਾਸਤੇ ਨਹੀਂ ਆਉਣ ਦਿੰਦੀ ਸੰਗਤ ਨੂੰ, ਰਸਤੇ 'ਚ ਰੁਕਾਵਟਾਂ ਹੁੰਦੀਆਂ, ਉਹਨੂੰ ਵੇਖ ਕੇ ਅਸੀਂ ਸਗਾ ਨਗਰ ਕੀਰਤਨ ਵੀ ਇਸ ਲਈ ਰੋਕਿਆ ਸੀ ਕਿ ਸੰਗਤ ਮੱਥਾ ਟੇਕਣ ਤੋਂ ਨਾ ਰਹਿ ਜਾਏ, ਕਿਸੇ ਦੇ ਮਨ ਦੀ ਸ਼ਰਧਾ ਨਾ ਪੂਰੀ ਹੋ ਸਕੇ, ਕਿਸੇ ਦੇ ਗੁਰਦੁਆਰੇ ਨਗਰ 'ਚੋਂ ਲੰਘਦਿਆਂ ਸੰਗਤ ਬਾਹਰ ਨਾ ਆ ਸਕੇ। ਇਸ ਤਰੀਕੇ ਦੇ ਕਈ ਪਰੇਸ਼ਾਨੀਆਂ ਸੀ ਜਿਹੜੀਆਂ ਨੂੰ ਅਸੀਂ ਥੋੜ੍ਹਾ ਜਿਹਾ ਇੱਕ ਦਿਨ ਲਈ ਰੋਕ ਕੇ ਅੱਗੇ ਤੋਰਿਆ। ਇਸਦਾ ਹੀ ਨਹੀਂ ਜੀ, ਤੁਸੀਂ ਦਿਨ ਦਿਹਾੜੇ ਕਤਲ ਹੋ ਰਹੇ ਹੈ, ਦਿਨ ਦਿਹਾੜੇ ਲੋਕਾਂ ਦੇ ਨਾਲ ਧੱਕੇ ਹੋ ਰਹੇ ਹੈ, ਚੋਣਾਂ ਵੇਖ ਲਓ, ਗੋਲੀਆਂ ਚੱਲ ਗਈਆਂ, ਲੋਕਾਂ ਦੇ ਨਾਲ ਘਾਣ ਹੋਇਆ, ਲੋਕਾਂ ਦੀ ਕੋਈ ਆਜ਼ਾਦੀ ਨਾ ਰਹਿ ਗਈ, ਘਰਾਂ ਰਾਹ ਜਾਂਦੇ ਚੋਰੀਆਂ ਲੁੱਟਾਂ ਹੋ ਰਹੀਆਂ, ਇੱਥੇ ਕਿਸੇ ਦਾ ਇਨਸਾਫ ਤੇ ਹੋ ਨਹੀਂ ਰਿਹਾ। ਸੋ ਮੈਂ ਸਮਝਦੀ ਹਾਂ ਕਿ ਲਾਅ ਐਂਡ ਆਰਡਰ ਪੰਜਾਬ ਦੀ ਸਰਕਾਰ ਇਸ ਵੇਲੇ ਲਾਅ ਐਂਡ ਆਰਡਰ ਵਿੱਚ ਜਾਂ ਲੋਕਾਂ ਦੀ ਸਹੂਲਤਾਂ ਵਿੱਚ ਜਾਂ ਲੋਕਾਂ ਦੇ ਵਿਕਾਸ ਵਿੱਚ ਬਿਲਕੁਲ ਫੇਲ ਹੋ ਕੇ ਰਹਿ ਗਈ ਹੈ। ਤੇ ਜੋ ਵਾਅਦੇ ਕਰ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਸੀ, ਅੱਜ ਲੋਕ ਮਹਿਸੂਸ ਕਰਦੇ ਹੈ ਕਿ ਸਾਡੇ ਕੋਲ ਵੱਡੀ ਗਲਤੀ ਹੋ ਗਈ ਕਿ ਅਸੀਂ ਇਹਨਾਂ 'ਤੇ ਵਿਸ਼ਵਾਸ ਕਰਦੇ ਹਾਂ। ਉੱਤੇ ਹਮਲਾ ਹੋਇਆ ਤੇ ਉਹਨੂੰ ਕਾਫੀ ਬੁਰੀ ਤਰ੍ਹਾਂ ਦੇ ਨਾਲ ਘਟਨਾ ਹੋਇਆ, ਤੁਸੀਂ ਕੀ ਸਮਝਦੇ ਹੋ? ਦੇਖੋ, ਮੈਂ ਇਹ ਤਾਂ ਸਮਝਦੀ ਹਾਂ ਕਿ ਸਰਕਾਰ ਨੂੰ ਇਹ ਜਿਹੜਾ ਮਸਲਾ ਸੀ ਇਹਨੂੰ ਛੇਤੀ ਹੱਲ ਕਰਨਾ ਚਾਹੀਦਾ ਸੀਗਾ। ਲੋਕਾਂ ਦੇ ਵਿੱਚ ਰੋਹ ਨਹੀਂ ਸੀ ਆਉਣ ਦੇਣਾ ਚਾਹੀਦਾ, ਲੋਕਾਂ ਦੀ ਪਰੇਸ਼ਾਨੀ 'ਚ ਨਹੀਂ ਸੀ ਵਾਧਾ ਕਰਨ ਦੇਣਾ ਚਾਹੀਦਾ। ਸਰਕਾਰ ਵੀ ਬੜੀ ਅੱਖਾਂ ਮੀਚ ਕੇ ਬੈਠੀ ਹੋਈ ਹੈ, ਉਹਨੇ ਵੀ ਅੱਜ ਤੱਕ ਕੋਈ ਫੈਸਲਾ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਹੱਕ ਤੇ ਸੱਚ ਦੀ ਆਵਾਜ਼ ਹੈ, ਇਹ ਲੋਕਾਂ ਦੀ ਮੰਗ ਜਿਹੜੀ ਉਹ ਜਾਇਜ਼ ਹੈ, ਇਹਨੂੰ ਪੂਰੀ ਕਰਨੀ ਚਾਹੀਦੀ ਹੈ। ਮੈਂ ਸਮਝਦੀ ਹਾਂ ਕਿ ਸਰਕਾਰ ਦੇ ਅੜੀਅਲ ਵਤੀਰੇ ਕਰਕੇ ਅੱਜ ਜਿਹੜੇ ਇਸ ਢੰਗ ਨਾਲ ਇਮੋਸ਼ਨਲ ਤੌਰ ਦੇ ਉੱਤੇ ਇਹੋ ਜਿਹੀਆਂ ਕਾਰਵਾਈਆਂ ਕਰਦੇ ਆ, ਮੈਂ ਇਹ ਤਾਂ ਨਹੀਂ ਕਹਿੰਦੀ ਕਿ ਇਹ ਚੰਗੀ ਗੱਲ ਹੈ। ਮੈਂ ਦੇਖੋ, ਜਿਹੜੀ ਗੱਲ ਮਾੜੀ ਹੈ ਉਹ ਮਾੜੀ ਹੈ, ਨਹੀਂ ਹੋਣੀ ਚਾਹੀਦੀ, ਪਰ ਇਹ ਸੋਚਣਾ ਪਏਗਾ ਕਿ ਇਹ ਹਾਲਾਤ ਕਿਉਂ ਪੈਦਾ ਹੋ ਰਹੇ। ਇਸ ਤਰ੍ਹਾਂ ਦੇ ਹਾਲਾਤ ਨਹੀਂ ਸੀ ਪੈਦਾ ਹੋਣ ਦੇਣੇ ਚਾਹੀਦੇ। ਸਰਕਾਰ ਜ਼ਿੰਮੇਵਾਰ ਹੁੰਦੀ ਹੈ, ਇਹ ਸਰਕਾਰ ਦੀ ਡਿਊਟੀ ਬਣਦੀ ਹੈ। ਪੰਜਾਬ ਗੌਰਮੈਂਟ ਕੀ ਕਰਦੀ ਹੈ? ਜੇ ਪੰਜਾਬ ਗੌਰਮੈਂਟ ਨੂੰ ਪਤਾ ਕਿ ਜਦੋਂ ਵੀ ਕੋਈ ਵਿਧਾਇਕ ਆਉਂਦਾ ਹੈ ਭਾਰਤੀ ਜਨਤਾ ਪਾਰਟੀ ਦਾ, ਲੋਕਾਂ 'ਚ ਰੋਹ ਪੈਦਾ ਹੁੰਦਾ, ਲੋਕ ਗੁੱਸੇ 'ਚ ਨੇ, ਤਾਂ ਇਹਨਾਂ ਦਾ ਫਰਜ਼ ਬਣਦਾ ਉਹਦੀ ਸਿਕਿਉਰਿਟੀ ਕਰਨੀ, ਉਹਨੂੰ ਬਚਾਉਣਾ। ਸੋ ਜੇ ਲੋਕ ਅੱਜ ਰੋਹ ਵਿੱਚ ਨੇ, ਇਸ ਗੱਲ 'ਚ ਗੁੱਸਾ ਉਹਨਾਂ ਨੂੰ ਕਿ ਸਾਡੀ ਮੰਗ ਨਹੀਂ ਪੂਰੀ ਕੀਤੀ ਜਾ ਰਹੀ, ਸਾਨੂੰ ਨਹੀਂ ਸੁਣਵਾਈ ਹੋ ਰਹੀ, ਤਾਂ ਫਿਰ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਉਹਨਾਂ ਨੂੰ ਅਲਰਟ ਕਰ ਦੇਣ ਕਿ ਤੁਸੀਂ ਨਾ ਬਾਹਰ ਜਾਓ, ਲੋਕਾਂ ਦੇ ਰੋਹ ਅੱਗੇ ਥੋੜ੍ਹਾ ਜਿਹਾ ਉਹਨਾਂ ਨੂੰ ਪਾਸੇ ਕਰ ਲੈਣਾ ਚਾਹੀਦਾ। ਸੋ ਮੈਂ ਸਮਝਦੀ ਹਾਂ ਕਿ ਹੈ ਕਿਸੇ ਦੀ ਸ਼ਖਸੀਅਤ ਨੂੰ ਇਸ ਤਰ੍ਹਾਂ ਨਜਾਇਜ਼ ਉਹਦੇ ਉੱਤੇ ਨੁਕਸਾਨ ਹੋਣਾ, ਇਹ ਤਾਂ ਹੈ ਮਾੜੀ ਗੱਲ, ਇਹ ਤਾਂ ਨਿੰਦਣਯੋਗ ਮੈਂ ਕਰਦੀ ਹਾਂ। ਪਰ ਇਹ ਵੀ ਗੱਲ ਹੈਗੀ ਹੈ ਕਿ ਸਰਕਾਰਾਂ ਵੀ ਜ਼ਿੰਮੇਵਾਰ ਹੁੰਦੀਆਂ। ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਇੱਜ਼ਤਦਾਰ ਬੰਦਿਆਂ ਦੀ ਜਾਂ ਰਿਸਪੌਂਸੀਬਲ ਬੰਦਿਆਂ ਦੀ ਤੁਸੀਂ ਕਿੱਦਾਂ ਸੁਰੱਖਿਆ ਕਰਨੀ। ਜੇ ਸੁਰੱਖਿਆ ਅੱਜ ਸਰਕਾਰ ਦੇ ਹੁੰਦਿਆਂ ਉੱਥੇ ਦੀ ਪੁਲਿਸ ਵੀ ਮੌਜੂਦ ਹੋਵੇ, ਸਰਕਾਰ ਇੱਥੇ ਹੋਵੇ, ਤਾਂ ਸਰਕਾਰ ਸੁੱਤੀ ਪਈ ਹੈ। ਉਹਨਾਂ ਨੂੰ ਨਹੀਂ ਪਤਾ ਕਿ ਲੋਕਾਂ 'ਚ ਰੋਹ ਹੈ, ਉਹਨਾਂ ਨੂੰ ਨਹੀਂ ਪਤਾ ਕਿ ਇਹ ਜਿਹੜਾ ਲੋਕਾਂ ਦਾ ਗੁੱਸਾ ਕਿਸੇ ਵੇਲੇ ਫੁੱਟ ਸਕਦਾ। ਸੋ ਕਿਸੇ ਵੇਲੇ ਕੁਝ ਲੋਕਾਂ 'ਚ ਗੁੱਸਾ ਐਸਾ ਆ ਜਾਂਦਾ ਕਿ ਉਹ ਭੜਕ ਪੈਂਦੇ। ਸੋ ਇਹਨੂੰ ਬਚਾਉਣ ਵਾਸਤੇ ਤੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ। ਪੰਜਾਬ ਦੇ ਲਾਅ ਐਂਡ ਆਰਡਰ ਆਏ ਜੀ, ਪੰਜਾਬ ਦੇ ਵਿੱਚ ਵੀ ਰਾਸ਼ਟਰਪਤੀ ਰਾਜ ਲਾਗੂ ਕਰਨਾ ਚਾਹੀਦਾ। ਜੋ ਪਿਛਲੇ 4 ਮਹੀਨਿਆਂ ਦੇ ਇਵੈਂਟ ਦੇ ਵਿੱਚ ਕ੍ਰਾਈਮ ਦੇ ਵਿੱਚ ਵਾਧਾ ਹੋਇਆ, ਨਸ਼ਾਖੋਰੀ ਦੇ ਵਿੱਚ ਵਾਧਾ ਹੋਇਆ, ਲੁੱਟਾਂ ਖੋਹਾਂ 'ਚ ਵਾਧਾ ਹੋਇਆ, ਕਿਆ ਇਹ ਅਕਾਲੀ ਦਲ ਇਹਦੇ ਵਿੱਚ ਸਹਿਮਤ ਹੈ? ਅਸੀਂ ਤਾਂ ਕਹਿੰਦੇ ਸਰਕਾਰ ਨੂੰ ਵੈਸੇ ਹੀ ਖਤਮ ਕਰ ਦੇਣੀ ਚਾਹੀਦੀ। ਸਰਕਾਰ ਅਸਤੀਫਾ ਦੇਵੇ ਕੈਪਟਨ ਅਮਰਿੰਦਰ ਸਿੰਘ। ਸਰਕਾਰ ਨਾਂ ਦੀ ਚੀਜ਼ ਨਹੀਂ ਹੈਗੀ। ਸਰਕਾਰ ਆਪਣੀ ਕੁਰਸੀ ਛੱਡੇ, ਲੋਕਾਂ ਨੂੰ ਦੁਬਾਰਾ ਮੌਕਾ ਦੇਵੇ ਕਿ ਲੋਕ ਇਸ ਦਾ ਫੈਸਲਾ ਕਰ ਸਕਣ ਕਿ ਕਿਸ ਤਰ੍ਹਾਂ ਦੀ ਸਰਕਾਰ ਹੋਣੀ ਚਾਹੀਦੀ। ਉਹਦੇ ਮੌਕੇ ਤੇ ਸੰਦੇਸ਼ ਹਰ ਸਾਲ ਗੁਰੂ ਕੀ ਲਾਡਲੀ ਫੌਜ, ਨਿਹੰਗ ਸਿੰਘ ਜਥੇਬੰਦੀਆਂ, ਬਾਕੀ ਸਾਰੀਆਂ ਸੰਗਤਾਂ, ਸਿੰਘ ਸਾਹਿਬਾਨ ਸਾਰੇ ਰਲ ਕੇ ਇਸ ਸਮਾਗਮ ਤੋਂ ਬਾਅਦ ਲਾਸਟ ਵਾਲੇ ਦਿਨ ਜਿਹੜਾ ਮਹੱਲਾ ਕੱਢਦੇ। ਮੇਰਾ ਖਿਆਲ ਹੈ ਕਿ ਇਹ ਅਥਾਹ ਖੁਸ਼ੀ ਦਾ ਮੌਕਾ ਹੁੰਦਾ ਜਦੋਂ ਜੈਕਾਰਿਆਂ ਦੀ ਗੂੰਜ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਜੋ ਦਿੱਤੀ ਹੋਈ ਫਤਿਹ ਹੈ ਉਹ ਗਜਾਈ ਜਾਂਦੀ ਹੈ, ਤੇ ਕੌਮ ਨੂੰ ਹਲਾਉਣਾ ਦੇ ਕੇ ਤਾਕਤਵਰ ਬਣਨ ਵਾਸਤੇ ਕਿ ਕਮਜ਼ੋਰ ਹਿਰਦੇ ਵੀ ਜਿਹੜੇ ਹੈ ਉਹ ਮਜ਼ਬੂਤ ਹੋ ਜਾਣ, ਤਕੜੇ ਹੋ ਜਾਣ, ਇਹ ਸੁਨੇਹਾ ਦਿੱਤਾ ਜਾਂਦਾ ਹੈ। ਮੈਂ ਵੀ ਅਰਦਾਸ ਕਰਾਂਗੀ ਗੁਰੂ ਦੇ ਚਰਨਾਂ ਵਿੱਚ ਸੱਚੇ ਪਾਤਸ਼ਾਹ, ਜੋ ਸਾਡੇ 'ਚ ਅੱਜ ਵੀ ਕਮਜ਼ੋਰੀਆਂ, ਦੇਖੋ ਅੰਮ੍ਰਿਤ ਛਕਾਇਆ ਸੀ ਗੁਰੂ ਸਾਹਿਬ ਜੀ ਨੇ ਪੂਰਨ ਇਨਸਾਨ ਬਣਨ ਵਾਸਤੇ, ਇਹ ਬਾਣਾ ਦਿੱਤਾ ਸੀ ਗੁਰੂ ਸਾਹਿਬ ਜੀ ਨੇ ਸਾਨੂੰ ਪੂਰਨ ਤੌਰ ਦੇ ਉੱਤੇ ਖਾਲਸੇ ਸੱਜਣ ਵਾਸਤੇ। ਤੇ ਖਾਲਸੇ ਅਸੀਂ ਤਾਂ ਬਣਾਂਗੇ ਜੇ ਸਾਡੇ ਮਨ ਖਾਲਸੇ ਹੋ ਜਾਣਗੇ, ਜੇ ਮਨ ਪਵਿੱਤਰ ਹੋਣਗੇ। ਜੇ ਮਨ ਖੋਟੇ ਤਨ ਚੋਰ ਹੋਵੇ ਤਾਂ ਫਿਰ ਭਾਈ ਸਾਡਾ ਜ਼ਿੰਦਗੀ ਦਾ ਕੋਈ ਜਿਹੜਾ ਮਿਸ਼ਨ ਹੈ ਉਹ ਪੂਰਾ ਨਹੀਂ ਹੋ ਸਕਦਾ। ਸਾਨੂੰ ਅੱਜ ਪ੍ਰਣ ਕਰਨਾ ਚਾਹੀਦਾ ਕਿ ਅਸੀਂ ਨਿਰਜਿੰਦ ਕੌਮ ਜਿਹੜੀ ਹੈ, ਅਸੀਂ ਕਿਸੇ ਦੇ ਨਾਂ 'ਤੇ ਭੈ ਕਾਹੂ ਕੋ ਦੇਤਨਾ ਨਹਿ ਪੈ ਮਾਨਤਾਨ,
ਅਸੀਂ ਕਿਸੇ ਨੂੰ ਭੈ ਦੇਣਾ ਨਹੀਂ ਤੇ ਕਿਸੇ ਦਾ ਭੈ ਮੰਨਣਾ ਨਹੀਂ, ਕਿਸੇ ਦਾ ਸਤਿਕਾਰ ਗਵਾਉਣਾ ਨਹੀਂ ਤੇ ਆਪਣਾ ਸਤਿਕਾਰ ਜਿਹੜਾ ਉਹ ਬਹਾਲ ਰੱਖਣਾ। ਹਰ ਇੱਕ ਦੀ ਇੱਜ਼ਤ ਕਰਨੀ, ਹਰ ਇੱਕ ਦਾ ਸਤਿਕਾਰ ਕਰਨਾ ਸਾਡਾ ਫਰਜ਼ ਬਣਦਾ ਹੈ। ਹਰ ਇੱਕ ਨੂੰ ਮਾਣ ਇਹ ਹੋ ਸਕੇ ਕਿ ਅਸੀਂ ਉਸ ਗੁਰੂ ਘਰ ਵਿੱਚ ਆਏ ਹਾਂ ਜਿਸ ਗੁਰੂ ਨੇ ਸਭਨਾਂ ਨੂੰ ਆਪਣੇ ਬੁੱਕਲ 'ਚ ਲੈ ਕੇ, ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਨੂੰ ਨਹੀਂ ਸਾਰੇ ਧਰਮਾਂ ਦੀ ਰਾਖੀ ਵਾਸਤੇ ਬਹੁਤ ਵੱਡੀ ਕੁਰਬਾਨੀ ਕੀਤੀ, ਬਹੁਤ ਵੱਡੀ ਸ਼ਹਾਦਤ ਦਿੱਤੀ। ਔਰ ਇਸੇ ਕਰਕੇ ਅਸੀਂ ਗੁਰਮਤਾ ਕਰ ਰਹੇ ਹਾਂ। ਇਸ ਵਾਰੀ ਅਸੀਂ ਭਾਰਤ ਸਰਕਾਰ ਨੂੰ ਵੀ ਲਿਖ ਰਹੇ ਹਾਂ ਕਿ ਜਿਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਸੀ ਉਸ ਨੂੰ ਮਨੁੱਖੀ ਅਧਿਕਾਰ ਦੀ ਹਿਊਮਨ ਰਾਈਟਸ ਡੇ ਜਿਹੜਾ ਉਸ ਦਿਨ ਨੂੰ ਮਨਾਇਆ ਜਾਵੇ। ਇਹ ਸਾਡੀ ਕੌਮ ਦੀ ਇਸ ਵਾਰੀ ਜਿਹੜੀ ਉਹ ਮੰਗ ਹੋਵੇ। ਪ੍ਰਧਾਨ ਮੰਤਰੀ ਨੂੰ ਫਾਰਮਲ ਇਨਵੀਟੇਸ਼ਨ ਦਿੱਤਾ ਜਾਵੇ। ਦੇਖੋ ਗੱਲ ਸਿੱਧੀ ਹੈ ਜੀ, ਮੈਂ ਬਾਰ-ਬਾਰ ਇਹ ਗੱਲ ਕਹੀ ਹੈ, ਪਹਿਲਾਂ ਵੀ ਕਹੀ ਹੈ, ਤੁਸੀਂ ਐਵੇਂ ਜਾਣ ਕੇ ਕਹਾਉਂਦੇ ਹੋ। ਜਦ ਤੁਹਾਨੂੰ ਪਤਾ ਕਿ ਅਸੀਂ ਕਿਹਾ ਕਿ ਹਾਲਾਤ ਦੇਖੋ, ਅੱਜ ਜੇ ਇੱਕ MLA ਦੀ ਹਾਲਾਤ ਹੋਏ ਹੈ ਕਿ ਐਡੇ ਵੱਡੇ ਸਮਾਗਮ ਦੇ ਵਿੱਚ ਜਦੋਂ ਅਸੀਂ ਪ੍ਰਧਾਨ ਮੰਤਰੀ ਜੀ ਨੂੰ ਲਿਆਵਾਂਗੇ ਸਾਡੇ ਵਾਸਤੇ ਕਿੱਦਾਂ ਦੀ ਮੁਸੀਬਤ ਹੋਏਗੀ। ਅਸੀਂ ਕੌਮ ਦੇ ਇਸ ਮਹਾਨ ਸਮਾਗਮ ਦੇ ਵਿੱਚ ਕੋਈ ਐਸਾ ਹਰਕਤ ਨਹੀਂ ਹੋਣ ਦੇਣਾ ਚਾਹੁੰਦੇ ਜਿਹੜਾ ਸੰਗਤਾਂ ਦੀ ਸ਼ਰਧਾ ਦੇ ਸਤਿਕਾਰ ਨੂੰ ਕਿਤੇ ਠੇਸ ਪਹੁੰਚੇ। ਗੁਰੂ ਘਰ ਸਭ ਵਾਸਤੇ ਖੁੱਲ੍ਹੇ ਹੈ, ਗੁਰੂ ਘਰ ਦਾ ਦਰਵਾਜ਼ਾ ਹਰ ਇੱਕ ਵਾਸਤੇ ਖੁੱਲ੍ਹਾ। ਜਿਹੜਾ ਚਾਹੇ ਸ਼ਰਧਾ ਨਾਲ ਆ ਕੇ ਮੱਥਾ ਟੇਕ ਸਕਦਾ, ਉਹਨੂੰ ਸਨਮਾਨ ਨਾਲ ਸਤਿਕਾਰ ਨਾਲ ਅਸੀਂ ਜੀ ਆਇਆ ਕਹਿੰਦੇ ਹਾਂ। ਪਰ ਜੇ ਕੋਈ ਕਹੇ ਕਿ ਅਸੀਂ ਹਾਲਾਤ ਸੰਗਤ ਦੇ ਇਸ ਤਰ੍ਹਾਂ ਦੇ ਬਣਾ ਦਈਏ ਕਿ ਸੰਗਤ ਆਪਣੇ ਪ੍ਰੋਗਰਾਮ ਦੇ ਆਨੰਦ ਨਾ ਲੈ ਸਕੇ, ਮੇਰਾ ਖਿਆਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਾਇਦ ਇਹਦੇ ਉੱਤੇ ਅਸੀਂ ਅਜੇ ਵਿਚਾਰਾ ਕਰ ਰਹੇ ਹਾਂ। ਕੱਲ ਆਮ ਲੋਕਾਂ ਦੇ ਗਰੀਬਾਂ ਲਈ ਬਹੁਤ ਵੱਡਾ ਹਸਪਤਾਲ ਬਣਾਇਆ ਜਿਹੜਾ ਮੁਫਤ ਇਲਾਜ ਦੇ ਲਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਵੀ ਅਜਿਹਾ ਕੋਈ ਉਪਰਾਲਾ ਕੀਤਾ ਜਾ ਰਿਹਾ ਹੈ। ਸਾਡੇ ਬਹੁਤ ਵੱਡਾ ਹਸਪਤਾਲ ਹੈ ਜੀ, ਉੱਥੇ ਤੇ ਇਕੱਲਾ ਇੱਕ ਡਾਇਲਿਸਿਸ ਦਾ ਬਣਾਇਆ ਹੈ ਜੀ, ਬਹੁਤ ਚੰਗੀ ਗੱਲ ਹੈ, ਬਹੁਤ ਵਧਾਈ ਹੈ ਕਿ ਡਾਇਲਿਸਿਸ ਬਣੇ ਹਸਪੀਟਲ। ਲੇਕਿਨ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਵੇਲੇ ਯੂਨੀਵਰਸਿਟੀ ਚੱਲ ਰਹੀ ਹੈ, ਮੈਡੀਕਲ ਯੂਨੀਵਰਸਿਟੀ, ਕੈਂਸਰ ਦਾ ਹਸਪਤਾਲ ਜਾਂ ਵੱਡੇ ਹਸਪਤਾਲ ਸੁਪਰ ਸਪੈਸ਼ਲਿਟੀਆਂ, ਉੱਥੇ ਤੁਸੀਂ ਕਿੰਨੀਆਂ ਸਹੂਲਤਾਂ ਨੇ ਜਿਹੜੀਆਂ ਕਿ ਮੁਫਤ ਦਿੱਤੀਆਂ ਜਾ ਰਹੀਆਂ। ਇੱਕ ਜਨਨੀ ਵਾਸਤੇ ਮੈਂ ਇੱਕ ਐਗਜ਼ਾਮਪਲ ਦਿਆਂਗੀ। ਇੱਕ ਜਨਨੀ ਜਿਹੜੀ ਹੈ ਜਦੋਂ ਗਰਭਵਤੀ ਹੁੰਦੀ ਉਸ ਤੋਂ ਲੈ ਕੇ ਉਹਦਾ ਜਦੋਂ ਬੱਚੇ ਦਾ ਜਨਮ ਹੁੰਦਾ ਉਸ ਵੇਲੇ ਨਾ ਕੋਈ ਮੈਡੀਸਨ ਉਹਨੂੰ ਲੈਣੀ ਪਏਗੀ ਮੁੱਲ, ਨਾ ਕੋਈ ਉਹਨੂੰ ਸਰਜਰੀ ਦਾ ਕੁਝ ਦੇਣਾ ਪਏਗਾ, ਨਾ ਕੋਈ ਉਹਨੂੰ ਡਿਲੀਵਰੀ ਦਾ ਕੁਝ ਦੇਣਾ ਪਏਗਾ, ਨਾ ਕੋਈ ਬੈੱਡ ਚਾਰਜਿਸ ਹੋਣਗੇ, ਨਾ ਕੋਈ ਰੂਮ ਦਾ ਚਾਰਜ ਹੋਏਗਾ। ਹਰ ਚੀਜ਼ ਫ੍ਰੀ ਦਿੱਤੀ ਜਾਂਦੀ। ਉੱਥੇ ਬਹੁਤ ਵੱਡਾ ਹਸਪਤਾਲ ਹੈ। ਤੁਸੀਂ ਥੋੜ੍ਹਾ ਜਿਹਾ ਤੁਹਾਡਾ ਡਿਸਟੈਂਸ ਹੈ, ਇਸ ਕਰਕੇ ਤੁਹਾਨੂੰ ਕਿਤੇ ਆਇਓ ਤੁਹਾਨੂੰ ਮੈਂ ਸੱਦਾ ਦਿੰਦੀ ਹੈ ਕਿ ਸਾਰੀ ਪ੍ਰੈਸ ਆਓ, ਉੱਥੇ ਆ ਕੇ ਦੇਖੋ ਕਿ ਉਸ ਹਸਪੀਟਲ ਦੇ ਵਿੱਚ ਕਿੰਨੀਆਂ ਸਹੂਲਤਾਂ ਔਰ ਕਿੰਨਾ ਵਧੀਆ ਪ੍ਰਬੰਧ ਜਿਹੜਾ ਲੱਖਾਂ ਲੋਕਾਂ ਨੂੰ ਜਿਹੜਾ ਅੱਜ ਤੱਕ ਇਲਾਜ ਦਿੱਤਾ ਗਿਆ। ਬਹੁਤ ਵੱਡੇ ਉੱਥੇ ਸੇਵਾਵਾਂ ਨੇ ਕਿਉਂਕਿ ਸਾਡੇ ਕੋਲ ਉੱਥੇ ਕਾਰਜ ਹੀ ਨਹੀਂ ਹੈ। ਉਹ ਇੱਕ ਕਾਰਜ ਸੀ, ਸਾਡੇ ਕੋਲ ਕਾਰਜ ਹੀ ਨਹੀਂ ਕਿ ਅਸੀਂ ਬਾਰ-ਬਾਰ ਦਿੱਤਾ ਨਹੀਂ ਜਾ ਸਕਦਾ। ਮੈਂ ਤੁਹਾਨੂੰ ਸੱਦਾ ਦਿੰਦੀ ਹਾਂ ਕਿ ਉੱਥੇ ਆ ਕੇ ਦੇਖੋ, ਆਪ ਆ ਕੇ ਦੇਖੋ। ਸਿੱਖ ਸੰਗਤਾਂ ਦੀ ਮੰਗ ਹੈ ਜਿਸ ਤਰ੍ਹਾਂ ਬਜਟ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਹਰੇਕ ਜ਼ਿਲ੍ਹੇ ਦੇ ਵਿੱਚ ਅਜਿਹੇ ਹਸਪਤਾਲ ਬਣਾਉਣੇ ਚਾਹੀਦੇ ਨੇ। ਤੁਹਾਨੂੰ ਬਜਟ ਦੇ ਵਿੱਚ ਪਾਲਣਾ ਸੀ, ਮੈਂ ਗਲਤੀ ਕੀਤੀ ਇਸ ਵਾਰ, ਬਹੁਤ ਵੱਡੀ ਮੈਂ ਗਲਤੀ ਕੀਤੀ ਕਿ ਮੈਂ ਤੁਹਾਨੂੰ ਬਜਟ 'ਚ ਨਹੀਂ ਬਿਠਾਇਆ। ਕਿਉਂਕਿ ਇਹ ਲੋਕਾਂ ਦੀ ਜਿਹੜੀ ਗੱਲ ਹੈ ਨਾ ਜੀ, ਮੈਂ ਤੁਹਾਨੂੰ ਦੱਸਦੀ ਹਾਂ ਕਿ ਜਿੰਨੇ ਸਾਡੇ ਗੁਰਦੁਆਰੇ ਹੈ ਉਹਨਾਂ ਗੁਰਦੁਆਰਿਆਂ ਦੇ ਖਰਚੇ, ਉਹਨਾਂ ਸਾਰਿਆਂ ਦੀ ਆਮਦਨ 'ਚੋਂ ਅਸੀਂ 25% ਕੁਝ ਜਿਹੜਾ ਸਾਡਾ 85 ਦੇ ਗੁਰਦੁਆਰੇ ਹੈ ਉਹ 25% ਬਜਟ ਉੱਥੇ ਜਾਂਦਾ ਹੈ, ਬਾਕੀ ਸਾਰਾ ਰਹਿੰਦਾ ਗੁਰਦੁਆਰੇ ਦੇ ਵਿੱਚ। ਠੀਕ ਹੈ ਜੀ, 25% ਮੇਰਾ ਖਿਆਲ ਹੈ ਕਿ 10% 15% ਗੁਰਦੁਆਰੇ ਹੈ ਜਿਹੜੇ ਉੱਥੇ 25% ਜਮ੍ਹਾਂ ਕਰਾਉਂਦੇ ਹੋਣਗੇ ਧਰਮ ਪ੍ਰਚਾਰ ਫੰਡ ਵਾਸਤੇ। ਐਜੂਕੇਸ਼ਨ ਫੰਡ ਜਿਹੜਾ 10-15% ਗੁਰਦੁਆਰੇ ਹੋਣਗੇ ਜਿਹੜੇ ਐਜੂਕੇਸ਼ਨ ਫੰਡ ਉੱਥੇ ਜਮ੍ਹਾਂ ਕਰਾ ਸਕਦੇ, ਬਾਕੀ ਕਿਸੇ ਦੇ ਖਰਚੇ ਹੀ ਪੂਰੇ ਕਰਨੇ ਔਖੇ ਹੋਏ ਪਏ। ਸੰਗਤਾਂ ਨੂੰ ਇਸ ਗੱਲ ਦਾ ਸ਼ਾਇਦ ਗਿਆਨ ਨਹੀਂ ਕਿ ਪੂਰਾ ਸਾਲ ਜਿਹੜਾ ਕੋਵਿਡ ਰਿਹਾ ਉਹਨਾਂ ਸਾਲਾਂ ਦੇ ਵਿੱਚ ਅਸੀਂ ਸਾਰੀਆਂ FDਆਂ ਪਿਛਲੀਆਂ ਤੜਾ ਕੇ ਸਾਰੇ ਖਰਚੇ ਤੇ ਤਨਖਾਹ 46 ਕਰੋੜ ਰੁਪਈਆ ਤਨਖਾਹ ਸ਼੍ਰੋਮਣੀ ਕਮੇਟੀ ਇੱਕ ਮਹੀਨੇ ਦੀ ਦਿੰਦੀ ਹੈ। 46 ਕਰੋੜ ਰੁਪਇਆ, 46 ਕਰੋੜ ਇੱਕ ਮਹੀਨਾ, 46 ਕਰੋੜ ਤੇ 9.5 ਕਰੋੜ ਰੁਪਇਆ ਇਕੱਲਾ ਦਰਬਾਰ ਸਾਹਿਬ ਦੇ ਮੁਲਾਜ਼ਮਾਂ ਦੀ ਤਨਖਾਹ ਇੱਕ ਮਹੀਨੇ ਦੀ। ਇਸੇ ਤਰ੍ਹਾਂ ਇਹਨਾਂ ਗੁਰਦੁਆਰਿਆਂ ਦੀ। ਸੋ ਮੇਰੀ ਬੇਨਤੀ ਹੈ ਕਿ ਜਿਹੜੇ ਕਾਲਜਾਂ 'ਚ ਪੈਸਾ ਆਉਂਦਾ ਉਹ ਸਾਡਾ ਨਹੀਂ, ਕਾਲਜ ਦੀ ਆਮਦਨ ਕਾਲਜ ਵਾਸਤੇ ਹੈ। ਕਾਲਜਾਂ ਨੂੰ ਅਸੀਂ ਸਗਾਂ ਹਰ ਸਾਲ 30 ਕਰੋੜ ਤੱਕ ਰੁਪਈਆ ਅਸੀਂ ਦਿੰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੋਲਕ ਵਿੱਚੋਂ ਜਿਹੜਾ ਸਾਡੇ ਕੋਲ ਆਉਂਦਾ ਹੈ। 25-30 ਕਰੋੜ ਰੁਪਏ ਮਦਦ ਦਿੰਦੇ ਹਾਂ। ਸਾਨੂੰ ਕਿਸੇ ਕਾਲਜ ਵਿੱਚੋਂ ਆਮਦਨ ਉੱਥੇ ਜਮ੍ਹਾਂ ਨਹੀਂ ਹੁੰਦੀ, ਲੇਕਿਨ ਸਾਡੇ ਬਜਟ ਵਿੱਚ ਲਿਖਣੀ ਪੈਂਦੀ ਹੈ
200 ਕਰੋੜ ਹੋਇਆ 400 ਕਰੋੜ ਹੋਇਆ, ਸਾਨੂੰ ਲਿਖਣੀ ਪੈਂਦੀ ਹੈ। ਉਹ ਜਿਹੜੀ ਆਮਦਨ ਹੁੰਦੀ ਸਾਡੇ ਕੋਲ ਜਮ੍ਹਾਂ ਨਹੀਂ ਹੁੰਦੀ, ਉਹ ਕਾਲਜਾਂ ਤੇ ਖਰਚ ਹੁੰਦੀ, ਤਨਖਾਹਾਂ ਤੇ ਖਰਚ ਹੁੰਦੀ। ਸੋ ਮੇਰੀ ਬੇਨਤੀ ਹੈ ਇਸ ਢੰਗ ਨਾਲ ਪੇਸ਼ ਨਾ ਕਰਿਆ ਕਰੋ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੇਵਲ 25% ਧਰਮ ਪ੍ਰਚਾਰ ਫੰਡ ਲੈਂਦੀ ਹੈ, ਜਿਹੜਾ ਕਿ ਸਾਰੇ ਕਾਰਜ ਅਸੀਂ ਕਰਦੇ ਹਾਂ। ਜਿਹੜੇ ਸਾਡੇ ਹਸਪਤਾਲ ਹੈ, ਜਿਹੜੇ ਕਾਲਜ ਹੈ, ਜਿਹੜੀ ਯੂਨੀਵਰਸਿਟੀਆਂ ਨੇ, ਅਸੀਂ ਸਭਨਾਂ ਨੂੰ ਮਦਦ ਦਿੰਦੇ ਹਾਂ, ਸਾਨੂੰ ਆਮਦਨ ਨਹੀਂ ਆਉਂਦੀ। ਸੋ ਇਸ ਕਰਕੇ ਸ਼੍ਰੋਮਣੀ ਕਮੇਟੀ ਸੰਗਤ ਦੀ ਗੋਲਕ ਤੇ ਹੈ, ਜੋ ਮੱਥਾ ਟੇਕਦੀ ਸੰਗਤ ਉਹਦੇ ਵਿੱਚੋਂ ਅਸੀਂ ਸਾਰੇ ਕਾਰਜ ਕਰਦੇ, ਉਹ 'ਚੋਂ ਧਰਮ ਪ੍ਰਚਾਰ, ਉਹ 'ਚੋਂ ਐਜੂਕੇਸ਼ਨ, ਉਹ 'ਚੋਂ ਹਸਪਤਾਲ। ਇਸ ਕਰਕੇ ਚਿੰਤਾ ਨਾ ਕਰਿਆ ਕਰੋ, ਅਗਲੀ ਵਾਰੀ ਜਿਹਦਾ ਜੀ ਕਰੇ ਉਹ ਬਜਟ ਵਿੱਚ ਮੈਂ ਬਿਠਾਉਂਗੀ। ਵਧੀਆ ਖਬਰਾਂ ਬਣਾਉਣੀਆਂ। ਅੱਜ ਖੁਸ਼ੀ ਦਾ ਦਿਹਾੜਾ ਗੁਰੂ ਸਾਹਿਬ ਜੀ ਦਾ, ਸਰਕਾਰ ਦੀਆਂ ਤੇ ਮੇਰੇ ਕੋਲ ਪੁੱਛਿਆ ਨਾ ਕਰੋ, ਗੁਰੂ ਸਾਹਿਬ ਦੀਆਂ ਗੱਲਾਂ ਕਰਿਆ ਕਰੋ। ਸ਼ਖਸੀਅਤ ਨੂੰ ਸੱਦਾ ਦੇ ਰਹੇ ਹੋ ਨੈਸ਼ਨਲ ਲੈਵਲ ਤੇ ਜਾਂ ਇੰਟਰਨੈਸ਼ਨਲ ਲੈਵਲ ਤੇ? ਸਿੱਖ ਸੰਗਤ ਸਾਰੀ ਵੱਡੀ ਹੈ ਜੀ, ਸ਼ਰਧਾਲੂਆਂ ਤੋਂ ਬਿਨਾਂ ਕੋਈ ਵੱਡਾ ਨਹੀਂ ਹੋ ਸਕਦਾ। ਸ਼ਰਧਾ ਤੇ ਸਤਿਕਾਰ ਜਿਸ ਦੇ ਮਨ ਵਿੱਚ ਹੈ, ਜਿਹੜਾ ਗੁਰੂ ਨੂੰ ਪਿਆਰ ਕਰਨ ਵਾਲਾ ਸਿੱਖ ਹੈ ਉਹੀ ਵੱਡਾ। ਜਿਹੜਾ ਇਨਸਾਨ ਗੁਰੂ ਦੇ ਚਰਨਾਂ 'ਚ ਆਉਂਦਾ, ਸਭ ਸਾਡੇ ਵਾਸਤੇ ਇੱਕ ਬਰਾਬਰ ਹੈ। ਮੱਥਾ ਹਰ ਕੋਈ ਟੇਕ ਸਕਦਾ, ਕਿਹਨੂੰ ਬੁਲਾਉਣਾ ਕਿਹਨੂੰ ਨਹੀਂ ਬੁਲਾਉਣਾ ਮੀਟਿੰਗਾਂ ਹੋ ਰਹੀਆਂ ਨੇ, ਮੀਟਿੰਗਾਂ 'ਚ ਫੈਸਲਾ ਕੀਤਾ ਜਾਏਗਾ ਕਿਹਨੇ ਆਉਣਾ, ਕਿਹਨੂੰ ਅਸੀਂ ਸੱਦਾ ਦੇਣਾ। ਸੋ ਇਸ ਕਰਕੇ ਮੈਂ ਸਮਝਦੀ ਹੈ ਕਿ ਸਾਡੇ ਵਾਸਤੇ ਸਾਰੀ ਸੰਗਤ ਜਿਹੜੀ ਹੈ ਉਹ ਸਤਿਕਾਰਯੋਗ। 550 ਸਾਲਾਂ